ਜਦੋਂ ਬੰਦਾ ਨੰਬਰ ਲੈਂਦਾ ਉਦੋਂ ਤੱਕ ਸਾਰੇ ਨਾਲ ਨੇ ਜੀ। ਜਦੋਂ ਬੰਦੇ ਦੇ ਸੱਟ ਲੱਗ ਗਈ ਉਦੋਂ ਕੋਈ ਨਹੀਂ ਪੁੱਛਦਾ ਜੀ ਬੰਦੇ ਨੂੰ। ਘਰੋਂ ਲੜ ਕੇ ਗਿਆ ਸੀ ਜਦੋਂ ਖੇਡਣ ਗਿਆ ਸੀ ਵੱਲੋਂ ਮਾਜਰੇ ਟੂਰਨਾਮੈਂਟ 'ਤੇ। ਜਦੋਂ ਮੈਂ ਮੋਟਰਸਾਈਕਲ ਜਿੱਤ ਕੇ ਘਰੇ ਆਇਆ ਜੀ, ਸਾਰਿਆਂ ਦੀ 7 ਮੋਟਰਸਾਈਕਲ ਜਿੱਤੇ ਹੋਇਆ ਲਾਸਟ ਕਬੱਡੀ ਤੇ ਜੱਫਾ ਲਾ ਕੇ ਜੀ। ਤੇ ਬਾਕੀ ਡਾਈਟ ਦੇਸੀ ਘਰ ਦੀ ਲਵੇ ਉਹ ਵਧੀਆ ਜੀ, ਉਹ ਦੁਬਾਰੇ ਬੈਕ ਸਰੀਰ ਨਹੀਂ ਆਉਂਦਾ ਉਹਦੇ ਨਾਲ ਹੀ। ਮੇਨ ਚੀਜ਼ ਤਾਂ ਗੇਮ ਹੈ ਜੀ, ਸਰੀਰ ਦਾ ਐਡਾ ਕੋਈ ਚੱਕਰ ਨਹੀਂ ਹੈਗਾ ਜੀ, ਗੇਮ ਨਾਲ ਹੀ ਸਾਰਾ ਕੁਝ ਜੀ। ਉਦੋਂ ਮੈਂ ਜੀ ਪੂਰੀ ਪ੍ਰੈਕਟਿਸ ਕਰਕੇ ਦਿਨ 'ਚ ਨੂੰ 80 ਕਿਲੋਮੀਟਰ ਸਾਈਕਲ ਚਲਾ ਕੇ ਜੀ ਦੁਬਾਰੇ ਬਹੁਤ ਛੇਤੀ ਰਿਕਵਰ ਕਰਿਆ ਜੀ। ਪਿੰਡ 'ਚ ਕਿਸੇ ਵੀ ਗਰੀਬ ਕੁੜੀ ਦਾ ਵਿਆਹ ਹੁੰਦਾ ਜੀ, LCDਆਂ ਦਾ ਆਪਾਂ ਉੱਥੇ ਦੇ ਦਿੰਦੇ ਹਾਂ ਜੀ। ਕਈ ਪਲੇਅਰ ਤਾਂ ਇਦਾਂ ਦੇ ਵੀ ਨੇ ਵੀ ਜਿਨ੍ਹਾਂ ਦਾ ਜੀ ਘਰ-ਬਾਰ ਕਬੱਡੀ ਦੇ ਸਿਰ 'ਤੇ ਚੱਲਦਾ, ਉਹ ਪਲੇਅਰਾਂ ਨੂੰ ਬਹੁਤ ਨੁਕਸਾਨ ਹੋਇਆ ਜੀ। 36 ਤਾਂ ਜੀ ਮੋਟਰਸਾਈਕਲ ਜਿੱਤੇ ਹੋਏ ਆ ਜੀ, ਤੇ 3 ਬੁਲਟ ਮੋਟਰਸਾਈਕਲ ਸਨਮਾਨ 'ਚ ਹੋਏ ਆ ਜੀ ਮੈਨੂੰ, ਤੇ 2 ਸਪਲੈਂਡਰ ਮੋਟਰਸਾਈਕਲ ਸਨਮਾਨ 'ਚ ਮਿਲੇ ਹੋਏ ਨੇ। खेड संसार प्रोग्राम देख रहे सारे दर्शकों का मैं दमनप्रीत कौर स्वागत करदी हाँ। दर्शकों, जदों भी कबड्डी का जिक्र हुंदा है तां अखां सामने आप मुहारे ही भरमे जूसे वाले नौजवानों की तस्वीर उकर जाती है। खेड मैदानां विच वहाया पसीना ते खादियां खुराकां सदका ये नौजवान जदों खेड मैदानां दे विच प्रदर्शन करते हैं तां फिर इन्हां दी देशां विच ही नहीं विदेशां विच भी चर्चा हुंदी है। अज असीं जिस खिडारी नूं तुहाडे रूबरू कराउण जा रहे हां वो किसी जान पहचान का मोहताज नहीं। उस खिडारी नूं तखल्लस मिलिया है जॉन सिन्हा दा। उन्होंने अपनी खेड सदका अपनी एक विलखण पहचान बनाई है। मेरे पिछे पईयां ट्रॉफियां उन्हां दी खेड दी गवाही भरदियां ने कि उन्होंने अपना खेडां दे विच सर्वोत्तम प्रदर्शन दिता है। अज दे इस प्रोग्राम दे विच जिथे असीं उन्हां दे खेड सफर बारे जाणांगे, उत्थे ही नाल ही कबड्डी दे वख-वख पहलुआं बारे भी चर्चा करांगे। आओ करदे हां उन्हां दे नाल गलबात। सर, तुहाडा बहुत-बहुत स्वागत है। ਤੁਹਾਡਾ भी धन्यवाद जी, तुसीं साडे पिंड आए जी। धन्यवाद जी ਤੁਹਾਡਾ, ਤੁਹਾਡੇ चैनल का धन्यवाद जी। सर, तुहानूं जॉन सिन्हा दा तखल्लस मिलिया आ, ये दसो कि तखल्लस तुहानूं कदों मिलिया सी ते इहनूं प्राप्त करन दे लई तुसीं किन्नी क मेहनत कीती सी? ਇਹ ਜੀ ਮੈਨੂੰ 2016 'ਚ ਹੀ ਮੈਂ ਢੰਡੋਲੀ ਦੇ ਟੂਰਨਾਮੈਂਟ 'ਤੇ ਖੇਡਣ ਗਿਆ ਸੀ। ਉੱਥੇ ਸਤਪਾਲ ਮਾਈ ਖੰਡਿਆਲ ਜੀ ਨੇ ਕਿਹਾ ਸੀ ਪਹਿਲੀ ਵਾਰੀ ਜੌਨ ਸਿन्हा ਦਾ ਉਹਨੇ ਖਿਤਾਬ ਦਿੱਤਾ ਸੀ। ਮਿਹਨਤ ਤਾਂ ਬਹੁਤ ਕੀਤੀ ਹੈ ਜੀ, ਸਵੇਰ ਸ਼ਾਮ ਦੋਨੇ ਟਾਈਮ ਬਹੁਤ ਮਿਹਨਤ ਕੀਤੀ, 2-2 ਘੰਟੇ ਹੀ ਗਰਾਊਂਡ 'ਚ ਲਾਈ ਹੈ। ਹਾਂਜੀ ਸਰ, ਤੁਸੀਂ ਗਰਾਊਂਡ ਦੇ ਵਿੱਚ ਮਿਹਨਤ ਕਰਨ ਦੇ ਨਾਲ ਜਿਮ ਦੇ ਵਿੱਚ ਕਿੰਨਾ ਕੁ ਸਮਾਂ ਬਿਤਾਉਂਦੇ ਸੀਗੇ? 1.5 ਘੰਟਾ ਜਿਮ 'ਚ ਲਾ ਦਿੰਦੇ ਜੀ, ਸ਼ਾਮ ਨੂੰ 2 ਘੰਟੇ ਗਰਾਊਂਡ 'ਚ ਜੀ। ਹਾਂਜੀ सर, जो तुसी इस तखल्लस नूं हासिल किया, तुहानूं बहुत ज़्यादा मेहनत करनी पई ते इस नूं बरकरार रखण दे लई उस तो दुगनी मेहनत करनी पैंदी है। जो किसी इंसान नूं कोई खिताब मिल जाता है फिर वो बरकरार रखण लई होर कोशिशां करदा आ। तुसी इस नूं बरकरार रखण दे लई की कुछ कर रहे हो? हाँ जी, मेहनत कर रहे हैं जी। एक बार चलो परमात्मा सुन लैंदा, एक बार नाम बन जाता बंदे का, उन्होंने बरकरार रखना जी दुगना ज़्यादा मुश्किल है जी। फिर चलो जी आपां हुण पहलां नालों भी दुगनी प्रैक्टिस कर रहे हैं जी, सवेरे शाम 2 ही टाइम प्रैक्टिस कर रहे हैं जी। सर, कहते हैं कि कबड्डी खिडारियों के लिए खुराक का बहुत ज़्यादा महत्व हुंदा आ। असीं तुहाडे कोलों जानना चाहांगे कि तुसीं किहो जी अपनी खुराक लैंदे हैगे, एक दिन दे विच तुसीं किहड़ी-किहड़ी डाइट नूं अपनाउंदे हो? ਅਸੀਂ दिन 'ਚ वैसे प्रोटीन वाली चीज़ां ज़्यादा खाने जी, जिवें अंडे हो गए जी, जिवें चिकन हो गया जी, होर प्रोटीन वगैरह सारा कुछ ਲਈ ਜਾਂਦੇ, चिकन वगैरह ज़्यादा यूज़ करते हैं। हाँ जी, ਤੁਸੀਂ ਗੱਲ ਕੀਤੀ ਹੈਗੀ ਹੈ ਕਿ ਤੁਸੀਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ। ਕਈ ਨੌਜਵਾਨ ਅਜਿਹੇ ਹੁੰਦੇ ਨੇ ਜੋ ਚਾਹੁੰਦੇ ਆ ਕਿ ਅਸੀਂ ਜਲਦੀ ਸਰੀਰ ਬਣਾ ਲਈਏ, ਹੈ ਨਾ, ਉਹ ਗੈਰ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦੇ ਆ, ਮੈਡੀਕੇਟਡ ਚੀਜ਼ਾਂ ਦੀ ਵਰਤੋਂ ਕਰਨ ਲੱਗ ਜਾਂਦੇ ਆ। ਤੁਸੀਂ ਅਜਿਹੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਉਹ ਫਿਰ ਉਹ ਸਰੀਰ ਹੀ ਜ਼ਿਆਦਾ ਦੇਰ ਨਹੀਂ ਖੜਦਾ ਜੀ। ਚਲੋ 6 ਮਹੀਨੇ ਸਾਲ ਉਹਦਾ ਅਸਰ ਰਹਿੰਦਾ ਚੀਜ਼ ਦਾ ਜੀ, ਫਿਰ ਉੱਥੇ ਦੁਬਾਰੇ ਸਰੀਰ ਆ ਜਾਂਦਾ ਜੀ। ਇਹਨਾਂ ਨਾਲੋਂ ਤਾਂ ਜੀ ਆਪਣੀ ਹੁਣ ਦੇਸੀ ਖੁਰਾਕ ਡਾਈਟ ਦੇਸੀ ਘਰ ਦੀ ਲਵੇ ਉਹ ਵਧੀਆ ਜੀ, ਉਹ ਦੁਬਾਰੇ ਬੈਕ ਸਰੀਰ ਨਹੀਂ ਆਉਂਦਾ ਉਹਦੇ ਨਾਲ ਹੀ ਜੀ। ਹਾਂਜੀ ਸਰ, ਤੁਹਾਨੂੰ ਜਿਹੜਾ ਹੈ ਜਾਣਿਆ ਜਾਂਦਾ ਤੁਹਾਡੇ ਸਰੀਰ ਦੇ ਕਰਕੇ, ਹੈ ਨਾ, ਤੁਸੀਂ ਇੱਕ ਵਿਲੱਖਣ ਜਿਹੜੀ ਆਪਣੀ ਪਹਿਚਾਨ ਬਣਾਈ ਹੈਗੀ ਆ। ਤੁਸੀਂ ਦੱਸਿਆ ਕਿ ਤੁਸੀਂ 2 ਘੰਟੇ ਸ਼ਾਮ ਨੂੰ ਪ੍ਰੈਕਟਿਸ ਕਰਦੇ ਹੋ, 1.5-2 ਘੰਟੇ ਤੁਸੀਂ ਜਿਮ ਦੇ ਵਿੱਚ ਵੀ ਬਿਤਾਉਂਦੇ ਹੈਗੇ ਹੋ। ਜੇ ਨੌਜਵਾਨ ਤੁਹਾਡੇ ਵਰਗਾ ਸਰੀਰ ਅਪਣਾਉਣਾ ਚਾਹਣ ਤਾਂ ਉਹ ਕੀ ਕੁਝ ਕਰਨ ਜੀ? ਸਾਰਾ ਕੁਝ ਮਿਹਨਤ ਨਾਲ ਹੈ ਜੀ। ਸਾਰਾ ਕੁਝ ਦੇਖੋ ਜੀ,
ਜੋ ਬੰਦਾ ਮਿਹਨਤ ਕਰਦਾ ਜੀ ਉਹਦਾ ਸਰੀਰ ਤਾਂ ਚਲੋ ਜੀ ਬਣੇ ਜਾਂਦਾ ਜੀ, ਬਾਕੀ ਗੇਮ ਵੀ ਵਧੀਆ ਹੋ ਜਾਂਦੀ ਹੈ ਜੀ। ਮੇਨ ਚੀਜ਼ ਤਾਂ ਗੇਮ ਹੈ ਜੀ, ਸਰੀਰ ਦਾ ਐਡਾ ਕੋਈ ਚੱਕਰ ਨਹੀਂ ਹੈਗਾ ਜੀ, ਗੇਮ ਨਾਲ ਹੀ ਸਾਰਾ ਕੁਝ ਜੀ। ਹਾਂਜੀ ਸਰ, ਹੁਣ ਅਸੀਂ ਤੁਹਾਡੇ ਖੇਡ ਸਫ਼ਰ ਬਾਰੇ ਜਾਣਨਾ ਚਾਹਾਂਗੇ। ਤੁਸੀਂ ਜਿਹੜਾ ਛੋਟੀ ਉਮਰ ਹੀ ਕਬੱਡੀ ਦੇ ਨਾਲ ਜੁੜ ਗਏ ਸੀਗੇ, ਕਬੱਡੀ ਦੇ ਨਾਲ ਜਦੋਂ ਤੁਸੀਂ ਜੁੜੇ ਤਾਂ ਤੁਹਾਨੂੰ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀਗਾ? ਹਾਂਜੀ, ਪਹਿਲਾਂ ਘਰਦਿਆਂ ਨੇ ਬਹੁਤ ਰੋਕਿਆ ਜੀ ਖੇਡਣ ਤੋਂ ਜੀ। ਮੈਂ ਸ਼ੁਰੂ ਤੋਂ 32 ਕਿਲੋ ਤੋਂ ਖੇਡਦਾ ਜੀ। ਜਦੋਂ 10-11 ਸਾਲ ਦਾ ਹੋਊਗਾ ਜੀ ਉਦੋਂ ਮੈਂ ਕਬੱਡੀ ਖੇਡਦਾ। ਘਰਦਿਆਂ ਨੇ ਬਹੁਤ ਰੋਕਣਾ ਜੀ ਵੀ ਖੇਡਣਾ ਨਹੀਂ, ਇੱਦਾਂ ਹੀ 70 ਕਿਲੋ ਤੱਕ ਤਾਂ ਜੀ ਮੈਂ ਇੱਦਾਂ ਹੀ ਘਰਦਿਆਂ ਦੀਆਂ ਗਾਲਾਂ ਸੁਣਦਾ ਆਇਆ ਜੀ। ਉਹ ਤੋਂ ਬਾਅਦ ਜਦੋਂ ਓਪਨ ਖੇਡਣੀ ਸ਼ੁਰੂ ਕੀਤੀ ਜੀ, ਉਸ ਤੋਂ ਬਾਅਦ ਚਲੋ ਪਹਿਲੀ ਵਾਰ ਬੈਸਟ ਨਿਕਲੇ, ਮੋਟਰਸਾਈਕਲ ਜਿੱਤੇ ਜੀ ਵੱਲੋਂ ਮਾਜਰੇ ਤੋਂ। ਉਦੋਂ ਵੀ ਮੈਂ ਲੜ ਕੇ ਗਿਆ ਸੀ ਘਰ ਤੋਂ। ਉਹ ਤੋਂ ਬਾਅਦ ਚਲੋ ਮੋਟਰਸਾਈਕਲ ਜਿੱਤਿਆ, ਫਿਰ ਘਰਦਿਆਂ ਦੀਆਂ ਹੱਲਾਸ਼ੇਰੀਆਂ ਮਿਲਣ ਲੱਗ ਗਈਆਂ ਜੀ, ਦੁਬਾਰੇ ਫਿਰ ਖੇਡਣ ਲੱਗ ਗਈ, ਵਧੀਆ ਸਪੋਰਟ ਮਿਲਣ ਲੱਗ ਗਈ ਜੀ ਘਰਦਿਆਂ ਦੀ। ਕਿਉਂਕਿ ਉਸ ਸਮੇਂ ਕਿਹਾ ਜਾਂਦਾ ਸੀਗਾ ਕਿ ਪੜੋਗੇ ਲਿਖੋਗੇ ਤਾਂ ਬਣੋਗੇ ਨਵਾਬ, ਖੇਲੋਗੇ ਕੂਦੋਗੇ ਤਾਂ ਹੋਗੇ ਖਰਾਬ। ਕਿਤੇ ਨਾ ਕਿਤੇ ਇਸ ਗੱਲ ਦਾ ਪ੍ਰਭਾਵ ਮਾਪਿਆਂ ਤੇ ਸੀਗਾ ਜਿਹੜਾ ਤੁਹਾਨੂੰ ਰੋਕਦੇ ਸੀਗੇ ਉਹ? ਹਾਂਜੀ, ਘਰਦਿਆਂ ਨੂੰ ਇਦਾਂ ਸੀ ਵੀ ਉਹ ਇਹਨਾਂ ਸੱਟ ਖਾ ਲਵੇ, ਪੜ੍ਹ ਲਵੇ, ਹੈ ਨਾ ਜੀ। ਸਾਰਿਆਂ ਦੇ ਚਲੋ ਪੇਰੈਂਟਸ ਨੂੰ ਹੁੰਦਾ ਹੈ ਵੀ ਹਾਂ ਵੀ ਆਪਣਾ ਬੱਚਾ ਪੜ੍ਹ ਲਵੇ ਜੀ ਵਧੀਆ। ਪਰ ਆਪਾਂ ਹੀ ਚਲੋ ਸਟੱਡੀ ਵਧੀਆ ਕੀਤੀ ਹੈ ਜੀ। ਉਸ ਤੋਂ ਬਾਅਦ ਹੀ ਗੇਮਾਂ ਸ਼ੁਰੂ ਤੋਂ ਹੀ ਗੇਮ ਖੇਡਦੇ ਸੀ, ਹੈ ਸੀ ਮਨ 'ਚ ਵੀ ਕੁਝ ਬਣਨਾ ਹੈ ਕਬੱਡੀ ਖੇਡ ਕੇ ਹੀ। ਮਿਹਨਤ ਕੀਤੀ ਹੈ, ਚਲੋ ਪਰਮਾਤਮਾ ਨੇ ਸੁਣੀ ਹੈ ਜੀ ਆਪਣੀ। ਜਿਵੇਂ ਤੁਸੀਂ ਦੱਸਿਆ ਹੈਗਾ, ਤੁਸੀਂ ਜਦੋਂ ਖੇਡਣ ਗਏ ਸੀ ਘਰੋਂ ਲੜ ਕੇ ਗਏ ਸੀ ਤੇ ਤੁਸੀਂ ਵਾਪਸੀ ਤੇ ਮੋਟਰਸਾਈਕਲ ਜਿੱਤ ਕੇ ਵਾਪਸ ਪਰਤੇ ਸੀਗੇ। ਜਦੋਂ ਮੋਟਰਸਾਈਕਲ ਲੈ ਕੇ ਪਿੰਡ ਨੂੰ ਪਰਤ ਰਹੇ ਸੀ ਤਾਂ ਮਨ ਦੇ ਵਿੱਚ ਕਿਹੜੇ ਭਾਵ ਤੇ ਜਜ਼ਬਾਤ ਆ ਰਹੇ ਸੀਗੇ? ਵੀ ਹਾਂਜੀ, ਵੀ ਬਹੁਤ ਖੁਸ਼ ਹੋਣਗੇ ਘਰ ਦੇ ਦੇਖ ਕੇ। ਜਦੋਂ ਮੈਂ ਆਇਆ ਜੀ ਘਰ ਦੇ ਵੀ ਸਾਰਿਆਂ ਦੀ ਅੱਖਾਂ 'ਚ ਹੰਝੂ ਸਨ ਜੀ। ਜਦੋਂ ਮੈਂ ਘਰੋਂ ਲੜ ਕੇ ਗਿਆ ਸੀ, ਜਦੋਂ ਖੇਡਣ ਗਿਆ ਸੀ ਵੱਲੋਂ ਮਾਜਰੇ ਟੂਰਨਾਮੈਂਟ 'ਤੇ, ਜਦੋਂ ਮੈਂ ਮੋਟਰਸਾਈਕਲ ਜਿੱਤ ਕੇ ਘਰੇ ਆਇਆ ਜੀ, ਸਾਰਿਆਂ ਦੀ ਅੱਖਾਂ 'ਚ ਹੰਝੂ ਤੇ ਬਹੁਤ ਖੁਸ਼ ਸੀ ਸਾਰੇ ਘਰ ਦੇ ਜੀ। ਘਰ ਦੇ ਵਿੱਚ ਰੋਕਦਾ ਕੌਣ ਸੀਗਾ ਕਬੱਡੀ ਖੇਡਣ ਤੋਂ, ਮਾਤਾ ਪਿਤਾ ਜਾਂ ਫਿਰ ਭੈਣ ਭਰਾ? ਮੰਮੀ ਡੈਡੀ ਦੋਨੇ ਰੋਕਦੇ ਸੀ ਵੀ ਕੀ ਕਰਨਾ, ਤੂੰ ਰਹਿਣ ਦੇ, ਸੱਟ ਖਾ ਕੇ ਬਹਿ ਜਾਏਗਾ, ਵੀ ਪਹਿਲਾਂ ਪੜ੍ਹ ਲੈ। ਬਸ ਹੀ ਫਿਰ ਇਦਾਂ ਹੀ ਕਿੱਥੇ, ਤੁਹਾਨੂੰ ਪਤਾ ਜਿਹੜਾ ਹੁਣ ਮਨ 'ਚ ਹੁੰਦਾ ਵੀ ਖੇਡਣਾ ਹੈ ਖੇਡਣਾ। ਸਾਡੇ ਪਿੰਡ ਦੇ ਪਹਿਲਾਂ ਹੀ ਸੀਨੀਅਰ ਪਲੇਅਰ ਖੇਡਦੇ ਹੁੰਦੇ ਸੀ, ਜੱਗੀ ਬਾਈ ਤੇ ਬੁੱਗਾ ਉਸਤਾਦ ਜੀ। ਇਹਨਾਂ ਨੂੰ ਦੇਖ ਕੇ ਚਲੋ ਜੀ ਆਪਾਂ ਵੀ ਖੇਡਣਾ ਸ਼ੁਰੂ ਕਰਤਾ। ਪਰ ਮਨ 'ਚ ਹੈ ਸੀ ਕੁਝ ਵੀ, ਚਲੋ ਖੇਡ ਕੇ ਕੁਝ ਬਣਨਾ ਜੀ। ਚਲੋ ਪਰਮਾਤਮਾ ਨੇ ਸੁਣੀ, ਬਾਕੀ ਇਹਨਾਂ ਨੇ ਮਿਹਨਤ ਬਹੁਤ ਕਰਾਈ ਜੀ ਸਾਡੇ ਉਸਤਾਦਾਂ ਨੇ ਜੀ, ਤਾਂ ਕਰਕੇ ਚਲੋ ਜੀ ਹੁਣ ਪਰਮਾਤਮਾ ਨੇ ਇੱਥੇ ਤੱਕ ਪਹੁੰਚਾਇਆ ਜੀ। ਜੀ, ਤੁਸੀਂ ਜਿਹੜਾ ਬਤੌਰ ਜਾਫੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਤੁਸੀਂ ਸੋਚਿਆ ਸੀਗਾ ਕਿ ਤੁਸੀਂ ਜਾਫੀ ਦੇ ਤੌਰ ਤੇ ਖੇਡਣਾ ਜਾਂ ਫਿਰ ਤੁਸੀਂ ਰੇਡਰ ਬਣਨਾ ਚਾਹੁੰਦੇ ਸੀ? ਉਸਤਾਦ ਹੋਰਾਂ ਨੇ ਤੁਹਾਨੂੰ ਜਾਫੀ ਬਣਾਇਆ? ਮੈਂ ਸ਼ੁਰੂ ਤੋਂ ਹੀ ਜੱਫੇ ਲਾਉਂਦਾ ਸੀ। ਮੈਂ ਸ਼ੁਰੂ ਤੋਂ ਹੀ ਇਦਾਂ ਸੀ ਵੀ ਹਾਂ ਵੀ ਮੈਂ ਜੱਫੇ ਲਾਉਣੇ ਆ ਜੀ, ਜਾਫੀ ਉਹ ਬਣਨਾ ਜੀ। ਸ਼ੁਰੂ ਤੋਂ ਹੀ ਮੈਂ ਜੱਫੇ ਹੀ ਲਾ ਰਿਹਾ ਸੀ, ਸ਼ੁਰੂ ਤੋਂ ਹੀ। ਮੈਂ ਕਦੇ ਨਹੀਂ ਜੀ ਕਬੱਡੀ ਪਾ ਕੇ ਦੇਖੀ, ਬਸ ਹੁਣ ਸ਼ੁਰੂ ਤੋਂ ਐਂ ਸੀ ਵੀ ਚਲੋ ਜੱਫੇ ਲਾਣਾ, ਸਟਾਪਰ ਬਣਨਾ ਜੀ। ਜੀ ਹਾਂਜੀ, ਬਾਕੀ ਤੁਸੀਂ ਆਪਣੇ ਸਟਾਪਰ ਦੇ ਤੌਰ ਤੇ ਵੱਖਰੀ ਪਹਿਚਾਣ ਬਣਾਈ ਹੈ। ਕੋਈ ਵਰਲਾ ਹੀ ਰੇਡਰ ਹੋਵੇਗਾ ਜਿਸ ਨੂੰ ਤੁਸੀਂ ਨਾ ਫੜਿਆ ਹੋਵੇ, ਨਾ ਉਸ ਨੂੰ ਜੱਫਾ ਮਾਰਿਆ ਹੋਵੇ। ਤੁਸੀਂ ਹੁਣ ਤੱਕ ਕਿਹੜੇ ਖਾਸ ਟੂਰਨਾਮੈਂਟ ਖੇਡ ਚੁੱਕੇ ਹੈਗੇ ਹੋ ਤੇ ਕਿਹੜੇ ਤੁਹਾਨੂੰ ਮਾਨ ਸਨਮਾਨ ਮਿਲ ਚੁੱਕੇ ਆ? ਖਾਸ ਟੂਰਨਾਮੈਂਟ ਸਾਰੇ ਖਾਸ ਨਹੀਂ, ਵੈਸੇ ਤਾਂ ਬਹੁਤ ਟੂਰਨਾਮੈਂਟ ਚਲੋ ਜਿੱਤੇ ਨਹੀਂ ਆਪਾਂ। 2013 ਤੋਂ ਲੈ ਕੇ ਹੀ 2017-18 ਤੱਕ ਹੀ ਪੂਰੀ, ਚਲੋ 17 'ਚ ਮੇਰੇ ਸੱਟ ਲੱਗ ਗਈ ਸੀ ਗੋਡੇ ਤੇ, ਉਦੋਂ ਸਾਡੀ ਟੀਮ ਖੇਲੀ ਨਹੀਂ। 18 'ਚ ਫੇਰ ਕਵਰ ਕਰਕੇ ਹੀ ਦੁਬਾਰੇ ਫੇਰ ਅਸੀਂ ਪੂਰੇ ਮੈਚ ਜਿੱਤੇ ਨਹੀਂ। ਹਾਂਜੀ, ਫਿਰ 2019 'ਚ ਦੁਬਾਰੇ ਸੱਟ ਲੱਗ ਗਈ ਸੀ ਜੀ ਮੇਰੇ। ਜੀ, ਹਾਂਜੀ। ਜਿਵੇਂ ਤੁਸੀਂ ਸੱਟ ਦਾ ਜ਼ਿਕਰ ਕੀਤਾ ਕਿ ਤੁਹਾਨੂੰ ਸੱਟ ਲੱਗ ਗਈ ਸੀ, ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਕਬੱਡੀ ਖਿਡਾਰੀ ਜਦੋਂ ਖੇਡਦੇ ਆ ਤਾਂ ਉਹਨਾਂ ਦੇ ਰਿਸਕ ਹੁੰਦਾ ਹੈ ਸੱਟ ਜ਼ਿਆਦਾ ਲੱਗਣ ਦਾ, ਹਨਾ? ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਸੱਟ ਲੱਗ ਜਾਂਦੀ ਹੈ ਖਿਡਾਰੀਆਂ ਦਾ ਖੇਡ ਕਰੀਅਰ ਖਤਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਆ? ਫਿਰ ਖਿਡਾਰੀ ਆਪਣੇ ਆਪ ਨੂੰ ਮੋਟੀਵੇਟ ਕਿਵੇਂ ਰੱਖਦੇ ਆ? ਹਾਂਜੀ, ਹੁੰਦਾ ਜਦੋਂ ਪਲੇਅਰ ਦੇ ਸੱਟ ਲੱਗ ਜਾਂਦੀ, ਹਰੇਕ ਪਲੇਅਰ ਸੋਚਦਾ ਵੀ ਮੈਂ ਉੱਥੇ ਜਿਹੜੇ ਮੈਂ ਆਪਣੇ ਮੁਕਾਮ ਤੋਂ ਗਿਰਿਆ ਹੈ ਉੱਥੇ ਦੁਬਾਰੇ ਪਹੁੰਚ ਜੂੰਗਾ। ਚਲੋ ਜੀ, ਮਿਹਨਤ ਕਰਕੇ ਬੰਦਾ ਸਾਰਾ ਕੁਝ ਹਾਸਲ ਕਰ ਲੈਂਦਾ ਜੀ। ਪਹਿਲਾਂ ਮੇਰੇ ਗੋਡੇ ਦਾ 2017 'ਚ ਸੱਟ ਲੱਗੀ ਸੀ, ਗੋਡੇ ਦਾ ਲੀਗਾਮੈਂਟ ਦਾ ਆਪਰੇਸ਼ਨ ਕਰਾਇਆ ਸੀ। ਉਦੋਂ ਮੈਂ ਜੀ ਪੂਰੀ ਪ੍ਰੈਕਟਿਸ ਕਰਕੇ ਦਿਨ 'ਚ ਨੂੰ 80 ਕਿਲੋਮੀਟਰ ਸਾਈਕਲ ਚਲਾ ਕੇ ਜੀ ਦੁਬਾਰੇ ਬਹੁਤ ਛੇਤੀ ਰਿਕਵਰ ਕਰਿਆ ਜੀ। ਮੈਂ 5 ਮਹੀਨੇ ਬਾਅਦ ਜੀ ਦੂਜੇ ਟੂਰਨਾਮੈਂਟ 'ਤੇ ਮੋਟਰਸਾਈਕਲ ਜਿੱਤ ਗਿਆ ਸੀ ਧੂਰੇ ਜੀ, ਦੂਜੇ ਜਿੱਤ ਗਿਆ ਸੀ ਮੋਟਰਸਾਈਕਲ ਜੀ। ਅਤੇ ਦੁਬਾਰੇ ਫੇਰ ਹੀ 2019 'ਚ ਮੇਰੇ ਸੱਟ ਲੱਗ ਗਈ ਸੀ ਦਸੰਬਰ 'ਚ ਜੀ। ਫਿਰ ਦੁਬਾਰੇ ਚਲੋ ਜੀ, ਫਿਰ ਉਦੋਂ ਹੋਇਆ ਮਨ ਟੁੱਟਿਆ ਵੀ ਯਾਰ ਵੀ ਹੁਣ ਨਹੀਂ, ਯਾਰ ਵੀ ਖੇਡ ਨਹੀਂ ਹੋਣਾ ਕਬੱਡੀ। ਚਲੋ ਹੋਰ ਵੀ ਬਹੁਤ ਪਲੇਅਰ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੋਈਆਂ ਜੀ, ਉਹਨਾਂ ਵੱਲ ਦੇਖ ਕੇ ਹੁੰਦਾ ਜੀ ਹੌਸਲਾ ਵੀ ਹਾਂ ਵੀ ਚਲੋ ਆਪਣਾ ਤਾਂ ਕੁਝ ਵੀ ਨਹੀਂ ਹੋਇਆ, ਮਿਹਨਤ ਕਰਕੇ ਆਪਾਂ ਸੈੱਟ ਹੋ ਜਾਊਂਗੇ। ਵੀ ਹੋਰ ਪਲੇਅਰ ਵੀ ਨੇ ਜਿਨ੍ਹਾਂ ਦੇ ਬਹੁਤ ਆਪਰੇਸ਼ਨ ਹੋਏ ਫਿਰ ਦੁਬਾਰੇ ਉਹ ਵਧੀਆ ਖੇਡ ਰਹੇ ਨੇ। ਇੱਕ ਵਾਰ ਬੰਦੇ ਦਾ ਹੌਸਲਾ ਤਾਂ ਟੁੱਟਦਾ ਜੀ, ਚਲੋ ਦੁਬਾਰੇ ਸੱਟ ਲੱਗਦੀ ਆ, ਚਲੋ ਫਿਰ ਮਿਹਨਤ ਕਰੋ ਜੀ, ਬੰਦਾ ਸਾਰਾ ਕੁਝ ਹਾਸਲ ਕਰ ਲੈਂਦਾ ਜੀ। ਬਾਕੀ ਕਹਿੰਦੇ ਕਿ ਮਿਹਨਤਾਂ ਨੂੰ ਭਾਗ ਲੱਗਦੇ, ਜਦੋਂ ਇਨਸਾਨ ਸੱਚੇ ਮਨ ਦੇ ਨਾਲ, ਸੱਚੀ ਨੀਅਤ ਦੇ ਨਾਲ ਮਿਹਨਤ ਕਰਦਾ ਤਾਂ ਕਾਮਯਾਬੀ ਵੀ ਉਸਦੀਆਂ ਬਰੂਹਾਂ ਤੇ ਦਸਤਕ ਜ਼ਰੂਰ ਦਿੰਦੀ ਹੈਗੀ ਆ। ਤੁਸੀਂ ਜਿਹੜਾ ਹੈ ਵਿਦੇਸ਼ਾਂ ਦੀ ਧਰਤੀ ਤੇ ਵੀ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ। ਪਹਿਲੀ ਵਾਰੀ ਕਿਸ ਥਾਂ ਦੇ ਉੱਤੇ ਖੇਡਣ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਸਫ਼ਰ ਕਿੱਥੇ ਤੱਕ ਜਾਰੀ ਰਿਹਾ? ਪਹਿਲੀ ਵਾਰ ਜੀ ਮੈਂ 2016 'ਚ ਯੂਰਪ ਖੇਡਿਆ ਸੀ। ਫਿਰ ਉਹ ਤੋਂ ਬਾਅਦ ਜੀ 2017 'ਚ ਮੇਰੀ ਗੱਲ ਹੋ ਗਈ ਸੀ ਕੈਨੇਡਾ ਦੀ, ਪੇਪਰ ਪੈਣੇ ਸੀ, ਮੇਰੇ ਸੱਟ ਲੱਗ ਗਈ ਸੀ ਗੋਡੇ 'ਤੇ। ਫਿਰ ਮੈਂ ਜਵਾਬ ਦਿੱਤਾ ਸੀ, ਮੈਂ ਸਰਜਰੀ ਕਰਾ ਲਈ ਸੀ। ਫਿਰ 2018 'ਚ ਫਿਰ ਮੇਰੀ
ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਬ ਸਪੋਰਟ ਵੱਲੋਂ ਮਤਲਬ ਜੀ ਚੋਣ ਹੋਈ। ਉਹਨਾਂ ਨੇ ਪੇਪਰ ਪਵਾਈ ਜੀ, ਉਹਦਾ ਵੀਜ਼ਾ ਚਲੋ ਲੱਗ ਗਿਆ। ਪਹਿਲਾ ਇਹ ਟੂਰਨਾਮੈਂਟ 'ਤੇ ਹੀ ਮੈਂ ਸਰੀ ਦੇ ਤੇ ਬੈਸਟ ਨਿਕਲਿਆ ਜੀ। ਚਲੋ ਪਹਿਲੇ ਟੂਰਨਾਮੈਂਟ 'ਤੇ ਪਰਮਾਤਮਾ ਨੇ ਸੁਣੀ, ਮੈਂ ਉੱਥੇ ਬੈਸਟ ਨਿਕਲਿਆ ਜੀ। ਹਾਂਜੀ ਹਾਂਜੀ। ਉਹ ਤੋਂ ਬਾਅਦ ਜੀ ਦੂਜੇ ਕੱਪ 'ਤੇ ਮੈਂ ਫੇਰ ਜੀ ਐਬ ਸਪੋਰਟ ਜਿਹੜਾ ਘਰ ਦਾ ਮੇਲਾ ਹੁੰਦਾ ਜੀ ਆਪਣਾ ਕਲੱਬ ਵਾਲਿਆਂ ਦਾ, ਉਹ 'ਤੇ ਬੈਸਟ ਨਿਕਲਿਆ ਤਾਂ ਜੀ। ਸੀਜ਼ਨ ਦਾ ਦੂਜੇ ਨੰਬਰ ਦਾ ਸਟਾਪਰ ਸੀ ਜੀ 2018 'ਚ। ਮੈਂ 2019 'ਚ ਫੇਰ ਖੇਡਿਆ ਜੀ ਮੈਂ ਕੈਨੇਡਾ ਜੀ, ਉਦੋਂ ਵੀ ਪੂਰਾ ਵਧੀਆ ਪ੍ਰਦਰਸ਼ਨ ਕਰਿਆ ਜੀ। ਉਦੋਂ ਵੀ ਪਹਿਲੇ 5 ਸਟਾਪਰਾਂ 'ਚ ਸੀ ਜੀ। ਜਿਵੇਂ ਤੁਸੀਂ ਵਿਦੇਸ਼ ਦੀ ਧਰਤੀ ਤੇ ਆਪਣੀ ਖੇਡ ਦਾ ਲੋਹਾ ਮਨਵਾਇਆ, ਜਦੋਂ ਤੁਸੀਂ ਜਹਾਜ਼ ਫੜ ਕੇ ਆਪਣੇ ਵਤਨ ਵਾਪਸ ਪਰਤ ਰਹੇ ਸੀ, ਉਦੋਂ ਮਨ ਦੇ ਵਿੱਚ ਕਿਹੜੇ ਭਾਵ ਸੀਗੇ, ਤੇ ਜਦੋਂ ਪਿੰਡ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਫਿਰ ਕਿਹੋ ਜਿਹਾ ਸਵਾਗਤ ਕੀਤਾ? ਹਾਂਜੀ, ਜਦੋਂ ਮੈਂ ਮਤਲਬ ਤਕੜਾ ਖੇਡ ਕੇ, ਜਦੋਂ ਕੋਈ ਵੀ ਪਲੇਅਰ ਹੁੰਦਾ ਤਕੜਾ ਖੇਡਦਾ ਜੀ, ਉਹਨੂੰ ਪਿੰਡ ਵੱਲੋਂ ਵੀ ਮਾਨ ਸਨਮਾਨ ਮਿਲਦਾ ਜੀ। ਪਹਿਲੀ ਵਾਰ ਬੰਦਾ ਜਾਂਦਾ, ਚਲੋ ਜੀ ਆਪਾਂ ਪਹਿਲੀ ਵਾਰ ਖੇਡੇ ਸੀ ਅਤੇ ਪਹਿਲੀ ਵਾਰ 2 ਕੱਪਾਂ ਦਾ ਬੈਸਟ ਨਿਕਲਿਆ ਜੀ ਮੈਂ ਜੀ। ਜਦੋਂ ਪਿੰਡ ਆਈ ਆਪਣਾ ਬਲੋਲਪੁਰ ਤੋਂ ਮੁੰਡਾ ਜੀ ਸ਼ੈਂਕੀ ਭਰਾ ਜੀ, ਉਹਨੇ ਮਤਲਬ ਬਹੁਤ ਇਕੱਠ ਕੀਤਾ ਹੋਇਆ ਸੀ, ਢੋਲ ਵੱਜ ਰਹੇ ਸੀ, ਇੱਦਾਂ ਬਹੁਤ ਗੱਡੀਆਂ 80-90 ਗੱਡੀਆਂ ਹੋਣੀਆਂ ਜੀ, ਮਤਲਬ ਜਿਹੜੀਆਂ ਮੈਨੂੰ ਲੈ ਕੇ ਆਈਆਂ ਸੀ ਚੰਡੀਗੜ੍ਹ ਤੋਂ ਹੀ ਪਿੰਡ ਤੱਕ ਘਰੇ ਛੱਡ ਕੇ ਗਏ ਸਨ ਜੀ। ਜੀ ਹਾਂਜੀ ਹਾਂਜੀ। ਕਦੇ ਮਾਤਾ ਪਿਤਾ ਝਿੜਕਦੇ ਹੁੰਦੇ ਸੀਗੇ ਕਿ ਪੁੱਤ ਕਬੱਡੀ ਨਹੀਂ ਖੇਡਣੀ ਹੈਗੀ, ਸੱਟ ਲੱਗ ਜਾਂਦੀ ਹੈ? ਜਦੋਂ ਫਿਰ ਤੁਸੀਂ ਵਾਪਸ ਪਰਤੇ ਹੈ ਨਾ, ਇੰਨਾ ਸ਼ਾਨਦਾਰ ਤੁਹਾਡਾ ਸਵਾਗਤ ਹੋਇਆ, ਫਿਰ ਮਾਪਿਆਂ ਨੇ ਕੁਝ ਕਿਹਾ ਸੀ? ਹਾਂਜੀ, ਮਾਪਿਆਂ ਦੇ ਤੈਨੂੰ ਪਤਾ ਹੀ ਹੈ ਜੀ, ਸਭ ਦੇ ਪੇਰੈਂਟਸ ਖੁਸ਼ ਹੁੰਦੇ ਨੇ ਹੈ ਨਾ, ਜਦੋਂ ਬੰਦਾ ਬਾਹਰ ਜਾ ਕੇ ਵਧੀਆ ਖੇਡਦਾ ਜੀ। ਚਲੋ ਜਦੋਂ ਮੈਂ ਵਧੀਆ ਖੇਡ ਕੇ ਦੁਬਾਰੇ ਆਇਆ ਜੀ, ਘਰਦਿਆਂ ਨੂੰ ਵੀ ਸਾਰੇ ਪਿੰਡ ਨੂੰ ਬਹੁਤ ਖੁਸ਼ੀ ਸੀ। ਪਿੰਡ ਦੇ ਨੇ ਮੇਰਾ ਸਨਮਾਨ ਵੀ ਕੀਤਾ ਸੀ ਜੀ ਆਪਣਾ, ਪੂਰੇ ਪਿੰਡ ਨੇ ਜੀ। ਹਾਂਜੀ ਸਰ ਇਹ ਦੱਸੋ ਕਿ ਤੁਹਾਨੂੰ ਹੁਣ ਤੱਕ ਕਿਹੜੇ ਮਾਨ ਸਨਮਾਨ ਮਿਲ ਚੁੱਕੇ ਆ? ਹੁਣ ਤੱਕ ਜੀ ਮੈਂ ਮਤਲਬ 36 ਤਾਂ ਜੀ ਮੋਟਰਸਾਈਕਲ ਜਿੱਤੇ ਹੋਏ ਆ ਜੀ, ਅਤੇ 3 ਬੁਲਟ ਮੋਟਰਸਾਈਕਲ ਸਨਮਾਨ 'ਚ ਹੋਏ ਆ ਜੀ ਮੈਨੂੰ, ਅਤੇ 2 ਸਪਲੈਂਡਰ ਮੋਟਰਸਾਈਕਲ ਸਨਮਾਨ 'ਚ ਮਿਲੇ ਹੋਏ ਨੇ ਜੀ। ਹਾਂਜੀ, ਅਤੇ 20 ਕੁ ਸੋਨੇ ਦੀਆਂ ਮੁੰਦੀਆਂ ਹੋਣੀਆਂ ਜੀ, 12-13 LCDਆਂ ਹੋਣੀਆਂ ਜੀ, ਮੱਝ ਜਿੱਤੀ ਹੋਈ ਹੈ ਜੀ, ਇੱਕ ਨੁਕਰਾ ਘੋੜਾ ਜਿੱਤਿਆ ਹੋਇਆ ਜੀ, ਸੋਨੇ ਦਾ ਕੜਾ ਜਿੱਤਿਆ ਹੋਇਆ ਜੀ, ਮੈਡਲ ਜਿੱਤਿਆ ਹੋਇਆ, ਬਹੁਤ ਕੁਝ ਜਿੱਤਿਆ ਹੋਇਆ ਪਰਮਾਤਮਾ ਦੀ ਕਿਰਪਾ ਨਾਲ ਜੀ। ਸਰ ਜਿਵੇਂ ਤੁਸੀਂ ਦੱਸਿਆ ਗਿਆ, ਤੁਹਾਡੀ ਲਿਸਟ ਬਹੁਤ ਲੰਬੀ ਹੈ ਜਿਹੜੇ ਤੁਸੀਂ ਮਾਨ ਸਨਮਾਨ ਹਾਸਲ ਕੀਤੇ ਆ, ਫਿਰ ਇੰਨਾ ਸਾਰੇ ਮਾਨ ਸਨਮਾਨਾਂ ਨੂੰ ਸੰਭਾਲ ਕੇ ਕਿੱਥੇ ਰੱਖਦੇ ਹੋ? ਚਲੋ ਜੀ ਆਪਣੇ ਜੀ ਪਿੰਡ 'ਚ ਕਿਸੇ ਵੀ ਗਰੀਬ ਕੁੜੀ ਦਾ ਵਿਆਹ ਹੁੰਦਾ ਜੀ, LCDਆਂ ਦਾ ਆਪਾਂ ਉੱਥੇ ਦੇ ਦਿੰਦੇ ਹਾਂ ਜੀ। ਸਰ ਪਿੱਛੇ ਜਿਵੇਂ ਕਰੋਨਾ ਮਹਾਮਾਰੀ ਆਈ ਤਾਂ ਉਸ ਦੇ ਸਮੇਂ ਦੌਰਾਨ ਬਹੁਤ ਸਾਰੇ ਟੂਰਨਾਮੈਂਟ ਨਹੀਂ ਹੋ ਸਕੇ ਹੈ ਨਾ, ਉਸ ਸਮੇਂ ਦੇ ਦੌਰਾਨ ਫਿਰ ਖਿਡਾਰੀਆਂ ਨੇ ਕੀ ਕੀਤਾ? ਸਾਰੇ ਪਲੇਅਰ ਹੀ ਹੁਣ ਟੂਰਨਾਮੈਂਟ ਹੁੰਦੇ ਨਹੀਂ ਸੀ, ਕਈ ਪਲੇਅਰ ਤਾਂ ਇਦਾਂ ਦੇ ਵੀ ਨੇ ਵੀ ਜਿਨ੍ਹਾਂ ਦਾ ਹੀ ਘਰ-ਬਾਰ ਕਬੱਡੀ ਦੇ ਸਿਰ 'ਤੇ ਚੱਲਦਾ, ਉਹ ਪਲੇਅਰਾਂ ਨੂੰ ਬਹੁਤ ਨੁਕਸਾਨ ਹੋਇਆ ਜੀ। ਵੈਸੇ ਵੀ ਕਬੱਡੀ ਦੇ ਸਿਰ 'ਤੇ ਹੀ ਬਹੁਤ ਘਰ ਚੱਲਦੇ ਨੇ, ਜਿਵੇਂ ਜੀ ਬੈਰੀਗੇਟਾਂ ਵਾਲੇ ਹੋ ਗਏ ਜੀ, ਰੈਫਰੀ ਹੋ ਗਏ ਜੀ, ਜਿਹੜੇ ਰੇਹੜੀਆਂ ਲਾਉਂਦੇ ਜੀ ਉਹ ਹੋ ਗਏ, ਬਹੁਤ ਮਤਲਬ ਵੀ ਬੰਦਿਆਂ ਦਾ ਹੀ ਘਰ ਕਬੱਡੀ ਦੇ ਸਿਰ 'ਤੇ ਚੱਲਦਾ, ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਜੀ। ਕਬੱਡੀ ਵੀ ਹੁਣ ਲੋਕਡਾਊਨ 'ਚ ਪਲੇਅਰਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ। ਤੁਹਾਨੂੰ ਪਤਾ ਹੀ ਹੈ ਜੀ, ਹੁਣ ਕੋਈ ਵੀ ਇੱਦਾਂ ਦਾ ਮਾੜਾ ਟਾਈਮ ਆ ਗਿਆ ਸੀ, ਕੁਝ ਵੀ ਨਹੀਂ ਸੀ ਹੁੰਦਾ, ਬਾਹਰ ਵੀ ਨਹੀਂ ਨਿਕਲ ਹੁੰਦਾ ਜੀ। ਸਾਰੇ ਪਲੇਅਰਾਂ ਨੇ ਆਪਣੇ ਪਿੰਡ 'ਚ ਰਹਿ ਕੇ ਪ੍ਰੈਕਟਿਸ ਕੀਤੀ ਹੈ ਜੀ। ਸਰ ਆਪ ਸਾਨੂੰ ਇਹ ਦੱਸੋ ਕਿ ਜਦੋਂ ਕਬੱਡੀ ਪੈਂਦੀ ਹੈਗੀ ਆ, ਕਹਿੰਦੇ ਆ ਕਿ ਲੱਖਾਂ ਦੀ ਵੀ ਰੇਡ ਪੈ ਜਾਂਦੀ ਹੈਗੀ ਆ ਹੈ ਨਾ, ਉਹ 30 ਸੈਕਿੰਡ ਦਾ ਸਮਾਂ ਅਜਿਹਾ ਸਮਾਂ ਹੁੰਦਾ ਕਿ ਜਾਫੀ ਕਹਿੰਦਾ ਹੈਗਾ ਹੈ ਕਿ ਮੈਂ ਰੇਡਰ ਨੂੰ ਜਾਣ ਨਹੀਂ ਦੇਣਾ, ਤੇ ਰੇਡਰ ਕਹਿੰਦਾ ਹੈ ਮੈਂ ਜਾਫੀ ਦੇ ਜੱਫੇ ਦੇ ਵਿੱਚ ਆਉਣਾ ਨਹੀਂ ਹੈਗਾ। 30 ਸੈਕਿੰਡ ਦੇ ਵਿੱਚ ਕਹਿੰਦੇ ਆ ਕਿ ਪੂਰੀ ਜਿੰਦ ਜਾਨ ਲਗਾ ਦਿੱਤੀ ਜਾਂਦੀ ਹੈਗੀ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਸਾਰੇ ਜੱਫੇ ਲਗਾਏ ਹੈਗੇ ਆ, ਕੋਈ ਯਾਦਗਾਰ ਜੱਫਾ ਹੈ ਤੁਹਾਡਾ? ਹਾਂਜੀ ਹੈਗੇ ਨਹੀਂ, ਬਹੁਤ ਯਾਦਗਾਰੀ ਜੱਫੇ ਨੇ ਜੀ। 2016 'ਚ ਜੀ ਮੈਂ ਲਾਸਟ ਕਬੱਡੀ 'ਤੇ ਹੀ 7 ਮੋਟਰਸਾਈਕਲ ਜਿੱਤੇ ਹੋਇਆ, ਲਾਸਟ ਕਬੱਡੀ 'ਤੇ ਜੱਫਾ ਲਾ ਕੇ ਹੀ। ਅਤੇ ਬਾਕੀ ਇੱਕ ਵਾਰ ਉਰੇ 1000 ਰੁਪਏ ਟੂਰਨਾਮੈਂਟ ਹੋਇਆ ਸੀ, ਇੱਥੇ 1.25 ਲੱਖ ਦਾ ਜੱਫਾ ਲਾਇਆ ਸੀ, ਅਤੇ ਇੱਕ ਉਰੇ ਜੰਡਿਆਲੇ ਮੰਝਕੀ ਲੱਖ ਰੁਪਏ ਦਾ ਜੱਫਾ ਲਾਇਆ ਸੀ। ਅਤੇ ਬਾਕੀ ਉਰੇ ਟੂਰਨਾਮੈਂਟ ਸੀ ਮਾਨਕਾ ਜੀ, ਉੱਥੇ ਹਰੇਕ ਜੱਫੇ ਦਾ 11,000 ਲੱਗਿਆ ਹੋਇਆ ਸੀ। ਮੈਂ 8 ਜੱਫੇ ਲਾਏ ਸੀ ਅਤੇ ਬੈਸਟ ਸਟੋਪਰ ਸੀ, ਸੋਨੇ ਦਾ ਕੜਾ ਜਿੱਤਿਆ ਸੀ ਉੱਥੋਂ ਜੀ। ਹਾਂਜੀ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਹੈ ਕਿ ਜੱਫਾ ਲਗਾਈਏ ਤੇ ਰੇਡਰ ਨੂੰ ਜਿਹੜਾ ਫੜੀਏ ਤੇ ਮਾਨ ਸਨਮਾਨ ਜਿਹੜਾ ਆ ਹਾਸਲ ਹੁੰਦਾ ਹੈਗਾ ਆ। ਜਦੋਂ ਤੁਸੀਂ ਕਿਸੇ ਵੀ ਟੂਰਨਾਮੈਂਟ ਤੇ ਖੇਡਣ ਜਾਂਦੇ ਹੈਗੇ ਹੋ, ਮਨ ਦੇ ਵਿੱਚ ਤੁਹਾਡੇ ਕੀ ਚੱਲਦਾ ਹੁੰਦਾ ਆ ਕਿ ਅੱਜ ਬੈਸਟ ਜਾਫੀ ਬਣ ਕੇ ਆਉਣਾ ਹੈਗਾ ਆ, ਜਾਂ ਇਹ ਮਾਨ ਸਨਮਾਨ ਲੈ ਕੇ ਹੀ ਵਾਪਸ ਪਰਤਣਾ ਆ? ਹੁਣ ਦੇਖੋ ਜੇ ਤਾਂ ਮੌਕੇ 'ਤੇ ਹੈ ਨਾ, ਜਿਹੜਾ ਬੰਦਾ ਵਧੀਆ ਜ਼ੋਰ ਮਾਰ ਦਿੰਦਾ ਜੀ ਉਹ ਜਿੱਤ ਜਾਂਦਾ। ਇੱਦਾਂ ਮਨ 'ਚ ਕੁਝ ਨਹੀਂ ਹੁੰਦਾ ਜੀ। ਕਬੱਡੀ ਹੈ ਜੀ, ਇਹ ਕੁਝ ਵੀ ਤਿਲਕਣਬਾਜ਼ੀ ਗੇਮ ਹੈ ਜੀ, ਇਹ ਕੋਈ ਵੀ ਬੰਦਾ ਜਿੱਤ ਸਕਦਾ ਜੀ, ਕੋਈ ਵੀ ਹਾਰ ਸਕਦਾ ਜੀ, ਕੋਈ ਸ਼ੋਰ ਨਹੀਂ ਹੁੰਦਾ ਜੀ ਵੀ ਅੱਜ ਜਿੱਤਣਾ ਜੀ। ਚਲੋ ਜਿਹਦੇ 'ਤੇ ਪਰਮਾਤਮਾ ਮਿਹਰਬਾਨ ਹੋ ਜਾਂਦਾ ਜੀ, ਉਹ ਬੰਦਾ ਜਿੱਤ ਜਾਂਦਾ ਜੀ। 4 ਜਾਫੀ ਹੁੰਦੇ ਆ ਹਨਾ, ਜਿਹੜੇ ਰੇਡਰ ਨੂੰ ਫੜਦੇ ਹੈਗੇ, ਕੱਲਾ ਰੇਡਰ ਹੁੰਦਾ, 4 ਜਾਫੀ ਹੁੰਦੇ ਆ, ਤੇ ਜਿਹਨੂੰ ਟੱਚ ਕਰ ਦਿੱਤਾ ਫਿਰ ਕੱਲੇ ਨੂੰ ਕੱਲਾ ਜਿਹੜਾ ਹੈ ਕਬੱਡੀ ਦੇ ਵਿੱਚ ਫੜਦਾ ਹੈਗਾ ਆ। ਤੁਹਾਡੇ ਮਨਪਸੰਦ ਜਾਫੀ ਕਿਹੜੇ ਆ ਜਿਨ੍ਹਾਂ ਦੇ ਨਾਲ ਤੁਸੀਂ ਜੱਫੇ ਲਗਾਉਣ ਨੂੰ ਜਿਹੜਾ ਹੈ ਅਹਿਮੀਅਤ ਦੇਣਾ ਪਸੰਦ ਕਰਦੇ ਹੋ? ਮੇਰਾ ਵੈਸੇ ਮਨਪਸੰਦ ਜਾਫੀ ਹੈ ਜੀ ਏਕ ਮਠੂਰੀ ਅਤੇ ਲੱਖਾ ਢੰਡੋਲੀ, ਅਤੇ ਨਾਲ ਮੈਂ ਖੇਡਣਾ ਜੀ ਜਿਵੇਂ ਬੱਬੂ ਕਾਜੂ, ਲਖਵਿੰਦਰ ਹੋ ਗਏ, ਮੇਰੇ ਪਿੰਡ ਵਾਲੇ ਸਟੋਪਰ ਹੋ ਗਏ ਜੀ ਭੋਡਾ, ਇਹਨਾਂ ਨਾਲ ਖੇਡਣਾ ਜ਼ਿਆਦਾ ਪਸੰਦ ਕਰਦਾ ਜੀ। ਜੱਟ ਲਾਟੂ ਹੋ ਗਿਆ ਜੀ, ਇਹਨਾਂ ਨਾਲ ਖੇਡ ਕੇ ਜ਼ਿਆਦਾ ਖੁਸ਼ ਹਾਂ ਜੀ ਮੈਂ। ਜੀ
ਜਿਹੜਾ ਤੁਹਾਡਾ ਪਿੰਡ ਹੈਗਾ ਇਹਨੂੰ ਕਬੱਡੀ ਦਾ ਗੜ੍ਹ ਕਿਹਾ ਜਾਂਦਾ ਆ, ਇੱਥੋਂ ਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਆ ਪੈਦਾ ਹੋਏ ਹੈਗੇ ਆ। ਕਈ ਵਾਰੀ ਅਜਿਹਾ ਹੁੰਦਾ ਹੈਗਾ ਆ ਕਿ ਤੁਸੀਂ ਕਿਸੇ ਹੋਰ ਕਲੱਬ ਵੱਲੋਂ ਖੇਡਦੇ ਹੋ ਤੇ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਹੈਗੇ ਉਹ ਹੋਰ ਕਲੱਬ ਵੱਲੋਂ ਖੇਡਦੇ ਆ ਤੇ ਆਪਸ ਦੇ ਵਿੱਚ ਫਿਰ ਮੈਚ ਲੱਗਦਾ ਹੋਵੇ। ਹਾਂਜੀ ਲੱਗ ਜਾਂਦਾ ਜੀ, ਇੱਦਾਂ ਮੈਚ ਹੀ ਆਪਸ 'ਚ ਲੱਗ ਜਾਂਦਾ ਜੀ। ਕੋਈ ਵੀ ਸਾਡੇ ਪਿੰਡ ਦੇ ਪਲੇਅਰ ਹੁੰਦੇ ਜੀ ਦੂਜੀ ਟੀਮ 'ਚ ਖੇਡਦੇ ਜੀ, ਜਦੋਂ ਪਿੰਡ ਦੀ ਟੀਮ ਨਹੀਂ ਬਣਾਈ ਵੀ ਹੁੰਦੀ ਤਾਂ ਮੈਂ ਦੂਜੀ 'ਚ ਖੇਡਦਾ ਹੁੰਦਾ, ਆਪਸ 'ਚ ਲੱਗ ਜਾਂਦਾ ਜੀ ਸਾਡਾ ਮੈਚ, ਕਈ ਵਾਰ ਲੱਗੇ ਜੀ। ਇਕੱਠੇ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕਰਦੇ ਹੈਗੇ ਹੋ, ਫਿਰ ਜਦੋਂ ਅੱਡ-ਅੱਡ ਟੀਮਾਂ ਦੇ ਵਿੱਚ ਹੋ ਕੇ ਇੱਕ ਦੂਜੇ ਨੂੰ ਫੜਦੇ ਹੈਗੇ ਹੋ ਫਿਰ ਕਿੱਦਾਂ ਦਾ ਲੱਗਦਾ ਹੁੰਦਾ? ਫਿਰ ਤਾਂ ਜੀ ਆਪਣੀ ਟੀਮ ਲਈ ਜ਼ੋਰ ਮਾਰਨਾ ਪੈਂਦਾ ਜੀ। ਤੁਹਾਨੂੰ ਪਤਾ ਜਿਹੜੀ ਟੀਮ 'ਚ ਬੰਦਾ ਖੇਡਦਾ ਜੀ ਉਹਦੇ ਲਈ ਜ਼ੋਰ ਨਾਲ ਮਾਰਨਾ ਪੈਂਦਾ ਜੀ। ਚਲੋ ਜੀ ਹੁਣ ਕਈ ਵਾਰ ਬੰਦਾ ਭੱਜ ਵੀ ਜਾਂਦਾ, ਕਈ ਵਾਰ ਜੱਫਾ ਵੀ ਲੱਗ ਜਾਂਦਾ ਜੀ, ਇੱਦਾਂ ਚੱਲਦਾ ਰਹਿੰਦਾ ਜੀ ਕਬੱਡੀ 'ਚ ਜੀ। ਹਾਂਜੀ। ਹੁਣ ਸਾਨੂੰ ਇੱਕ ਗੱਲ ਹੋਰ ਦੱਸੋ ਕਿ ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੁਸੀਂ ਦੱਸਿਆ ਕਿ ਘਰ ਦੇ ਕਾਫੀ ਜ਼ਿਆਦਾ ਰੋਕਦੇ ਸੀਗੇ ਕਿ ਸੱਟ ਲੱਗ ਜਾਂਦੀ ਹੈਗੀ ਆ। ਕਈ ਵਾਰੀ ਕੀ ਹੁੰਦਾ ਕਿ ਵਾਕਈ ਪਲੇਅਰ ਨੂੰ ਸੱਟ ਲੱਗ ਜਾਂਦੀ ਆ। ਅਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਦੇਖਦੇ ਹੈਗੇ ਆ ਕਿ ਖਿਡਾਰੀ ਬਹੁਤ ਵਧੀਆ ਖੇਡਦੇ ਹੁੰਦੇ ਆ, ਜਦੋਂ ਸੱਟ ਲੱਗਦੀ ਆ ਫਿਰ ਉਹਨਾਂ ਦਾ ਕਰੀਅਰ ਜਿਹੜਾ ਸਮਾਪਤ ਹੋ ਜਾਂਦਾ ਆ। ਕੀ ਸਰਕਾਰਾਂ ਵੱਲੋਂ ਜਾਂ ਪ੍ਰਮੋਟਰਸ ਵੱਲੋਂ ਉਹਨਾਂ ਖਿਡਾਰੀਆਂ ਦੀ ਸਾਰ ਲਈ ਜਾਂਦੀ ਆ? ਫਿਰ ਨਹੀਂ, ਕੋਈ ਨਹੀਂ ਸਾਰ ਲੈਂਦਾ। ਫਿਰ ਤਾਂ ਚਲੋ ਜੀ ਜਦੋਂ ਬੰਦਾ ਨੰਬਰ ਲੈਂਦਾ ਉਦੋਂ ਤੱਕ ਸਾਰੇ ਨਾਲ ਨਹੀਂ, ਜਦੋਂ ਬੰਦੇ ਨੂੰ ਸੱਟ ਲੱਗ ਗਈ ਉਦੋਂ ਕੋਈ ਨਹੀਂ ਪੁੱਛਦਾ ਜੀ ਬੰਦੇ ਨੂੰ। ਇਹ ਤਾਂ ਦਸਤੂਰ ਹੀ ਰਿਹਾ ਜੀ ਕਬੱਡੀ ਦਾ, ਜਦੋਂ ਬੰਦੇ ਦੀ ਉਂਗਲ ਖੜੀ ਹੈ ਜੀ ਉਦੋਂ ਬੰਦੇ ਨੂੰ ਹਰੇਕ ਪੁੱਛਦਾ, ਜਦੋਂ ਸੱਟ ਲੱਗ ਜਾਂਦੀ ਸਭ ਬੰਦੇ ਨੂੰ ਮਾੜਾ ਸਮਝਣ ਲੱਗ ਜਾਂਦੇ ਜੀ। ਹਾਂਜੀ, ਸਰਕਾਰਾਂ ਵੱਲੋਂ ਕੋਈ ਮਦਦ ਨਹੀਂ, ਕਿਸੇ ਵੀ ਆਪਣੇ ਸਰਕਲ ਕਬੱਡੀ 'ਚ ਤਾਂ ਕੁਝ ਨਹੀਂ ਹੈਗਾ ਇੱਦਾਂ ਦਾ, ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਕਰੀ ਜਾਂਦੀ ਆਪਣੀ ਸਰਕਲ ਕਬੱਡੀ 'ਚ। ਅਸੀਂ ਇਹ ਕਹਿ ਸਕਦੇ ਹੈਗੇ ਕਿ ਪ੍ਰਮੋਟਰਾਂ ਦੇ ਸਿਰ ਤੇ ਜਿਹੜੀ ਸਰਕਲ ਕਬੱਡੀ ਅਗਾਂਹ ਵੱਧ ਰਹੀ ਆ। ਹਾਂਜੀ ਹਾਂਜੀ, ਪ੍ਰਮੋਟਰਾਂ ਦੇ ਸਿਰ ਤੋਂ ਹੀ ਵੱਧ ਰਹੀ ਹੈ ਜੀ ਕਬੱਡੀ। ਹੁਣ ਕੈਨੇਡਾ ਹੋ ਗਿਆ ਜੀ, ਅਮਰੀਕਾ ਹੋ ਗਿਆ ਜੀ, ਤੁਹਾਨੂੰ ਪਤਾ ਜੀ ਹਰੇਕ ਆਸਟ੍ਰੇਲੀਆ, ਨਿਊਜ਼ੀਲੈਂਡ ਸਾਰੇ ਕਿਤੇ ਪ੍ਰਮੋਟਰਾਂ ਕਰਕੇ ਹੀ ਕਬੱਡੀ ਹੁੰਦੀ ਹੈ ਜੀ। ਹਾਂਜੀ, ਬਾਹਰਲੇ NRI ਭਰਾਵਾਂ ਵੱਲੋਂ ਉਹਨਾਂ ਦਾ ਸਹਿਯੋਗ ਨਾਲ ਹੀ ਸਾਰਾ ਕੁਝ ਹੁੰਦਾ ਜੀ, ਬਾਹਰ ਮੈਚ ਹੁੰਦੇ ਨੇ ਜੀ। ਹਾਂਜੀ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਵਿਦੇਸ਼ ਦੀ ਧਰਤੀ ਦੇ ਉੱਤੇ ਵੀ ਖੇਡ ਕੇ ਆਏ ਹੋ ਹਨਾ, ਜਦੋਂ ਤੁਸੀਂ ਪੰਜਾਬ ਦੇ ਵਿੱਚ ਖੇਡਦੇ ਹੋ ਜਾਂ ਵਿਦੇਸ਼ ਦੇ ਵਿੱਚ ਖੇਡਦੇ ਹੈਗੇ ਹੋ ਕਿਹੋ ਜਿਹਾ ਫਰਕ ਮਹਿਸੂਸ ਕਰਦੇ ਹੈਗੇ ਹੋ ਤੇ ਕਿਹੋ ਜਿਹਾ ਲੋਕਾਂ ਤੇ ਦਰਸ਼ਕਾਂ ਵੱਲੋਂ ਤੁਹਾਨੂੰ ਹੁੰਗਾਰਾ ਮਿਲਦਾ ਆ? ਦੇਖੋ ਜੀ ਇੱਥੇ ਤਾਂ ਮਤਲਬ ਸਾਰੇ ਪਲੇਅਰ ਖੇਡੀ ਜਾਂਦੇ ਆ। ਜਦੋਂ ਕੈਨੇਡਾ ਜਾਣਾ ਜਾਂ ਕਿਤੇ ਹੋਰ ਬਾਹਰ ਜਾਣਾ ਜੀ ਉੱਥੇ ਚੋਣ ਹੋ ਕੇ ਜਾਂਦੀ ਹੈ ਜੀ ਸਾਰੇ ਪਲੇਅਰਾਂ ਦੀ, ਉੱਥੇ ਤਾਂ ਸਾਰੀ ਕਰੀਮੇ ਖੇਡਦੀ ਹੈ ਜੀ। ਇੱਥੇ ਤਾਂ ਆਪਣਾ ਮਤਲਬ ਵੀ ਚਲੋ ਹਲਕੇ ਮੈਚ ਵੀ ਲੱਗ ਜਾਂਦੇ ਆ, ਉੱਥੇ ਤਾਂ ਸਾਰੀ ਕਰੀਮੇ ਹੁੰਦੀ ਹੈ ਜੀ ਬਾਹਰ, ਉੱਥੇ ਖੇਡਣਾ ਜ਼ਿਆਦਾ ਮੁਸ਼ਕਲ ਹੈ ਜੀ। ਉੱਥੇ ਬਾਕੀ ਘਾਹਦਾਰ ਮੈਦਾਨਾਂ 'ਤੇ ਮੈਚ ਹੁੰਦੇ, ਆਪਣੇ ਇੱਥੇ ਮਿੱਟੀ 'ਚ ਮੈਚ ਹੁੰਦੇ ਨੇ ਜੀ। ਹਾਂਜੀ, ਇੱਕ ਗੱਲ ਦੱਸੋ, ਜਿਵੇਂ ਤੁਸੀਂ ਦੱਸਿਆ ਕਿ ਉੱਥੇ ਚੋਣ ਹੋ ਕੇ ਜਾਂਦੀ ਹੈਗੀ, ਇਹਦੀ ਪ੍ਰਕਿਰਿਆ ਕੀ ਹੈ? ਬਹੁਤ ਸਾਰੇ ਖਿਡਾਰੀਆਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਉਹਨਾਂ ਨੇ ਜਦੋਂ ਵਿਦੇਸ਼ ਦੇ ਵਿੱਚ ਖੇਡਣਾ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਚੋਣ ਹੁੰਦੀ ਹੈਗੀ ਹੈ। ਇਸ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਹਾਂਜੀ, ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਲਾਈਵ ਚੱਲਦੇ ਨੇ ਜੀ ਸਾਰੇ ਮੈਚ, ਸਾਰੇ ਪ੍ਰਮੋਟਰ ਲਾਈਵ ਦੇਖਦੇ ਨੇ, ਹਰ ਇੱਕ ਮੈਚ ਲਾਈਵ ਹੁੰਦਾ ਜੀ। ਚਲੋ ਕੋਈ ਪਲੇਅਰ ਬੰਦਾ ਵਧੀਆ ਖੇਡ ਰਿਹਾ ਜੀ, ਉਹ ਕਿਸੇ ਪ੍ਰਮੋਟਰ ਦੀ ਨਿਗਾਹ ਚੜ੍ਹ ਗਿਆ ਜੀ, ਉਹਦਾ ਚਲੋ ਜੀ ਕਿਸਮਤ ਲੱਕ ਸਾਥ ਦੇ ਦਿੰਦੀ, ਉਹ ਬੰਦਾ ਬਾਹਰ ਲੰਘ ਜਾਂਦਾ ਜੀ। ਹਾਂਜੀ, ਤੇ ਲਾਈਵ ਦੇ ਹੋਣ ਨਾਲ ਇਹਦੇ ਬਹੁਤ ਫਾਇਦੇ ਹੋ ਗਏ ਲਾਈਵ ਦੇ ਨਾਲ, ਤੇ ਸਾਰੇ ਪ੍ਰਮੋਟਰ ਲਾਈਵ ਦੇਖ ਕੇ ਹੀ ਪਲੇਅਰਾਂ ਦੀ ਚੋਣ ਹੋ ਜਾਂਦੀ ਇਹਦੇ 'ਚ ਜੀ। ਹਾਂਜੀ, ਕਿੰਨਾ ਕੁ ਖਰਚਾ ਜਿਹੜਾ ਤੁਹਾਡਾ ਖੁਦ ਦਾ ਹੋ ਜਾਂਦਾ ਤੇ ਜਾਂ ਫਿਰ ਸਾਰਾ ਹੀ ਖਰਚਾ ਜਿਹੜੇ ਪ੍ਰਮੋਟਰ ਕਰਦੇ ਹੈਗੇ ਆ? ਸਾਰਾ ਹੀ ਖਰਚਾ ਉਹਨਾਂ ਦਾ ਹੀ ਹੁੰਦਾ ਜੀ। ਜੀ, ਹਾਂਜੀ, ਤੇ ਤੁਹਾਨੂੰ ਪੈਸੇ ਵੀ ਮਿਲਦੇ ਹੈਗੇ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਖੇਡਣ ਜਾਂਦੇ ਹੈਗੇ ਹੋ? ਹਾਂਜੀ ਹਾਂਜੀ, ਪੈਸੇ ਮਿਲਦੇ ਨੇ ਜੀ ਜਦੋਂ ਖੇਡਣ ਜਾਂਦੇ, ਇੱਧਰੋਂ ਕੰਟਰੈਕਟ ਹੋ ਜਾਂਦਾ ਜੀ। ਜੀ, ਹਾਂਜੀ, ਇੱਕ ਗੱਲ ਹੋਰ ਸਾਨੂੰ ਦੱਸੋ ਕਿ ਜਦੋਂ ਤੁਸੀਂ ਜਿਵੇਂ ਦੱਸਿਆ ਹੈਗਾ ਕਬੱਡੀ ਦੇ ਮੈਦਾਨਾਂ ਦੇ ਵਿੱਚ ਖੇਡਦੇ ਹੈਗੇ ਹੋ ਨਾ, ਫਰਕ ਹੁੰਦਾ ਹੈ ਇੱਥੇ ਤੁਸੀਂ ਮਿੱਟੀ ਦੇ ਵਿੱਚ ਖੇਡਦੇ ਹੋ, ਉੱਥੇ ਘਾਹ ਦੇ ਵਿੱਚ ਖੇਡਦੇ ਹੋ, ਪੂਰੀ ਕਰੀਮ ਦੇ ਨਾਲ ਜਿਹੜਾ ਹੈ ਤੁਸੀਂ ਉੱਥੇ ਖੇਡਦੇ ਹੈਗੇ ਹੋ, ਕਿਉਂਕਿ ਵਧੀਆ ਤੋਂ ਵਧੀਆ ਪਲੇਅਰ ਜਿਹੜਾ ਹਰੇਕ ਪ੍ਰਮੋਟਰ ਲੈਣਾ ਚਾਹੁੰਦਾ ਤੇ ਆਪਣੀ ਟੀਮ ਨੂੰ ਜਿਤਾਉਣਾ ਚਾਹੁੰਦਾ ਆ। ਉੱਥੇ ਫਿਰ ਤੁਸੀਂ ਵੱਖੋ ਵੱਖਰੇ ਖਿਡਾਰੀਆਂ ਦੇ ਨਾਲ ਖੇਡਣਾ ਹੁੰਦਾ ਹੈ, ਫਿਰ ਤਾਲਮੇਲ ਆਪਸ ਦੇ ਵਿੱਚ ਤੁਹਾਡਾ ਕਿਵੇਂ ਬੈਠਦਾ ਹੈਗਾ ਆ? ਟੀਮ ਦੇ ਵਿੱਚ ਕਿਵੇਂ ਤੁਸੀਂ ਅਭਿਆਸ ਕਿੱਥੇ ਕਰਦੇ ਹੋ, ਕਿਵੇਂ ਕਰਦੇ ਹੋ? ਚਲੋ ਸਾਰੇ ਪਲੇਅਰ ਇਕੱਠੇ ਹੁੰਦੇ ਆ ਜੀ, ਮਤਲਬ ਲੈ ਕੇ ਇਕੱਠੇ ਰਹਿੰਦੇ ਨੇ ਸਾਰੇ ਪਲੇਅਰ ਇੱਕ ਟੀਮ ਵਾਲੇ, ਉਦੋਂ ਹੀ ਚਲੋ 1-2 ਮੈਚ ਖੇਡ ਕੇ ਹੀ ਸਾਰਾ ਤਾਲਮੇਲ ਪਤਾ ਲੱਗ ਜਾਂਦਾ ਜੀ। ਮਤਲਬ ਨਾਲ ਖੇਡ ਕੇ ਇੱਕ ਮੇਲਾ ਖੇਡ ਕੇ ਹੀ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਬੰਦੇ ਨੇ ਕਿੱਥੋਂ, ਇੱਦਾਂ ਹੀ ਗੱਲਬਾਤ ਕਰਕੇ ਹੀ ਸਾਰਾ ਕੁਝ ਸੈਟਿੰਗ ਹੋ ਜਾਂਦੀ ਹੈ ਜੀ। ਅੱਜ ਦੇ ਬਹੁਤ ਸਾਰੇ ਨੌਜਵਾਨ ਕਬੱਡੀ ਖੇਡਣਾ ਚਾਹੁੰਦੇ ਆ ਪਰ ਉਹਨਾਂ ਨੂੰ ਰਾਹ ਹੀ ਨਹੀਂ ਮਿਲਦਾ ਹੈਗਾ ਕਿ ਉਹ ਕਿਵੇਂ ਸ਼ੁਰੂਆਤ ਕਰਨ। ਜਿਹੜਾ ਬੱਚਾ ਸ਼ੁਰੂ ਤੋਂ ਕਬੱਡੀ ਦੇ ਨਾਲ ਜੁੜਨਾ ਚਾਹੁੰਦਾ ਹੈ, ਬਚਪਨ ਦੇ ਵਿੱਚ ਹੀ ਉਹ ਕਿਹੋ ਜਿਹਾ ਅਭਿਆਸ ਕਰੇ, ਕਿਹੜੀ ਖੁਰਾਕ ਲਵੇ ਤਾਂ ਜੋ ਅੱਗੇ ਜਾ ਕੇ ਵਧੀਆ ਪਲੇਅਰ ਬਣ ਸਕੇ? ਆਪਣੇ ਘਰ ਦੀ ਖੁਰਾਕ ਲਵੇ ਜੀ, ਜਿਹੜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਬੱਚੇ ਤਾਂ ਚਲੋ ਹੋ ਗਏ ਆਪਣਾ ਦੁੱਧ ਦਹੀਂ ਘਿਓ ਮੱਖਣ ਇਹ ਚੀਜ਼ਾਂ ਚਲੋ ਜੀ ਖਾਵੇ ਜੀ ਵਧੀਆ ਹੈ ਨਾ ਜੀ। ਚਲੋ ਸ਼ੁਰੂ ਕੱਲੀ ਪੌੜੀ ਚਲੋ weight ਵੱਧਦਾ ਜੀ, ਆਪਾਂ ਕੋਈ ਵੀ ਸ਼ਾਰਟਕਟ ਨਾ ਅਪਣਾਓ ਜੀ, ਮੈਂ ਜੀ ਇੱਕੋ ਲਖਤ ਜ਼ਿਆਦਾ ਭਾਰ ਵਧਾਉਣ ਦੀ ਕਰਦੇ ਹਾਂ। ਜਿਹੜਾ ਕੁਦਰਤੀ weight ਹੁੰਦਾ ਜੀ ਉਹ ਕੁਦਰਤੀ ਉਹ ਵਧਣਾ ਚਾਹੀਦਾ ਜੀ। ਉਹ ਤੋਂ ਬਾਅਦ ਚਲੋ ਜੀ ਆਪਾਂ 70-80 ਕਿਲੋ ਭਾਰ ਹੋ ਗਏ, ਉਹ ਤੋਂ ਬਾਅਦ ਆਪਾਂ ਪ੍ਰੋਟੀਨ ਸਪਲੀਮੈਂਟ ਲੈ ਸਕਦੇ ਨੇ ਜੀ। ਹਾਂਜੀ, ਇੱਕ ਗੱਲ ਹੋਰ ਦੱਸੋ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਕਬੱਡੀ ਦੇ ਨਾਲ ਜੋੜਦੇ ਹੋ? ਹਾਂਜੀ, ਸਾਡੇ ਪਿੰਡ 50-60 ਮੁੰਡੇ ਆਉਂਦੇ ਨੇ ਜੀ ਸਾਰੇ, ਮਤਲਬ ਵੀ ਚਲੋ ਛੋਟੇ ਵੀ ਆਉਂਦੇ ਨੇ, ਜਵਾਕ ਵੀ ਆਉਂਦੇ ਨੇ ਤੇ ਬਰਾਬਰ ਦੇ ਵੀ ਮੁੰਡੇ ਨੇ ਹੈਗੇ, ਨਵੇਂ ਮੁੰਡੇ ਵੀ ਉੱਠ ਰਹੇ ਨੇ ਜੀ। ਸਾਰਿਆਂ ਨੂੰ ਦੱਸਦੇ ਨੇ ਜੀ, ਚਲੋ ਜਿੰਨੀ ਕਿ ਆਪਾਂ ਨੂੰ ਨੌਲੇਜ ਹੈਗੀ ਹੈ ਜੀ ਆਪਾਂ ਸਭ ਨੂੰ ਦੇਈਦੀ ਹੈ ਜੀ। ਹਾਂਜੀ, ਭਵਿੱਖ ਦੀਆਂ ਤੁਹਾਡੀਆਂ ਯੋਜਨਾਵਾਂ ਕੀ ਨੇ? ਭਵਿੱਖ ਦੇ ਵਿੱਚ ਸਪਿੰਦਰ ਆਪਣੇ ਆਪ ਨੂੰ ਕਿੱਥੇ ਵੇਖਣਾ ਚਾਹੁੰਦਾ ਆ? ਚਲੋ ਜੀ ਬਾਕੀ ਹੁਣ ਪਿਛਲੇ ਸਾਲ ਸੱਟ ਲੱਗ ਗਈ ਜੀ, ਨਹੀਂ ਤਾਂ ਹੁਣ ਨੂੰ ਬਾਬੇ ਦੀ ਕਿਰਪਾ ਨਾਲ ਬਹੁਤ ਉੱਪਰ ਹੁੰਦੇ। ਚਲੋ ਜੀ ਫੇਰ ਆਪਾਂ ਮਿਹਨਤ
ਕਰਕੇ ਦੁਬਾਰੇ ਪਹਿਲਾਂ ਮੰਗ ਪੁਰਾਣੀਆਂ ਬੁਲੰਦੀਆਂ ਨੂੰ ਛੂਹ ਕੇ ਦਿਖਾਵਾਂਗੇ ਜੀ ਸਰ, ਤੁਸੀਂ ਕਾਫੀ ਜ਼ਿਆਦਾ ਬੁਲੰਦੀਆਂ ਨੂੰ ਛੂਹਿਆ ਹੈਗਾ ਆ, ਹਨਾ, ਬਹੁਤ ਸਾਰੇ ਮੁਕਾਮ ਤੁਸੀਂ ਹਾਸਲ ਕੀਤੇ ਆ। ਇਸ ਦੇ ਪਿੱਛੇ ਜਿਹੜਾ ਹੈ ਹੱਥ ਕਿਹਦਾ ਸੀਗਾ? ਕਿਹੜੇ ਯਾਰਾਂ ਦੋਸਤਾਂ ਮਿੱਤਰਾਂ ਦਾ ਸਹਿਯੋਗ ਸੀ ਜਿਨ੍ਹਾਂ ਦੇ ਸਦਕਾ ਤੁਸੀਂ ਇੰਨੀਆਂ ਬੁਲੰਦੀਆਂ ਨੂੰ ਛੂਹ ਸਕੇ ਹੋ? ਆਪਣਾ ਜੀ ਉਸਤਾਦ ਬੁੱਗਾ ਮਨਾਣਾ ਜੀ ਅਤੇ ਜੱਗੀ ਮਨਾਣਾ ਜੀ, ਇਹਨਾਂ ਦਾ ਬਹੁਤ ਸਹਿਯੋਗ ਰਿਹਾ ਜੀ। ਇਹਨਾਂ ਨੇ ਮਤਲਬ ਵੀ ਸ਼ੁਰੂ ਤੋਂ ਖੇਡਣਾ ਸਿਖਾਈ ਸਾਨੂੰ। ਅਤੇ ਬਾਕੀ ਆਪਣਾ ਜਦੋਂ ਓਪਨ ਖੇਡਣ ਲੱਗੇ ਸਰਦਾਰ ਮਹਿੰਦਰ ਸਿੰਘ ਸੋਹਾਣਾ ਅਤੇ ਕੇਵਲ ਸਿੰਘ ਘੋਲੂ ਮਾਜਰਾ, ਇਹਨਾਂ ਦਾ ਬਹੁਤ ਸਹਿਯੋਗ ਰਿਹਾ ਜੀ ਮੈਨੂੰ। ਜੀ ਹਾਂਜੀ। ਤੁਹਾਨੂੰ ਮਾਨ ਸਨਮਾਨ ਦੇ ਵਿੱਚ ਇੱਕ ਗੱਡੀ ਵੀ ਮਿਲੀ ਸੀ, ਉਹ ਮਿਲਣ ਦਾ ਸਬਬ ਕਿਵੇਂ ਬਣਿਆ ਸੀ? ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਉਹ ਮਹਿੰਦਰ ਸਿੰਘ ਸੋਹਾਣਾ ਨੇ ਜੀ ਧਨਾਸ ਦੇ ਕਬੱਡੀ ਕੱਪ ਤੇ ਬਲੀਨੋ ਕਾਰ ਦਿੱਤੀ ਸੀ, ਉਹਨਾਂ ਨੇ ਸਨਮਾਨ ਕੀਤਾ ਸੀ। ਜੀ, ਜਿਵੇਂ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਕਲੱਬਾਂ ਵੱਲੋਂ ਖੇਡਦੇ ਹੋ, ਤੁਸੀਂ ਓਪਨ ਟੂਰਨਾਮੈਂਟ ਕਾਫੀ ਜ਼ਿਆਦਾ ਖੇਡੇ ਹੈਗੇ ਆ। ਅਕਸਰ ਹੀ ਇੱਕ ਇਲਜ਼ਾਮ ਲੱਗਦਾ ਆ, ਬਹੁਤ ਸਾਰੇ ਲੋਕ ਇਹ ਕਹਿੰਦੇ ਹੈਗੇ ਆ ਕਿ ਕਬੱਡੀ ਦੇ ਵਿੱਚ ਵੀ ਮੈਚ ਫਿਕਸ ਹੁੰਦੇ ਆ। ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਨਹੀਂ? ਨਹੀਂ, ਅੱਜ ਕੱਲ੍ਹ ਤਾਂ ਸਾਰੇ ਪਲੇਅਰ ਸਿਆਣੇ ਹੋ ਗਏ ਨੇ ਅਤੇ ਲੋਕ ਵੀ ਸਿਆਣੇ ਹੋ ਗਏ, ਕੋਈ ਫਿਕਸਿੰਗ ਨਹੀਂ ਹੁੰਦੀ ਆਪਣੀ ਤਾਂ ਜੀ। ਚਲੋ ਸ਼ੁਰੂ ਤੋਂ ਸਾਰੇ ਜਿਹੜੇ ਏਰੀਆ ਦੇ ਲੋਕ ਨੇ ਸਭ ਨੂੰ ਪਤਾ ਜੀ, ਮਨਾਣੇ ਦੀ ਟੀਮ ਕਦੇ ਮੈਚ ਸਾਂਝਾ ਕਰਕੇ ਨਹੀਂ ਖੇਡੀ, ਕਦੇ ਵੀ ਮੈਚ ਨਹੀਂ ਅਸੀਂ ਸਾਂਝਾ ਕਰਕੇ ਖੇਡਿਆ ਜੀ। ਅਸੀਂ ਲੋਕਾਂ ਨੂੰ ਜੀ, ਆਪਣੇ ਰੱਬ ਵਰਗੇ ਸਰੋਤਿਆਂ ਨੂੰ ਜੀ, ਚਲੋ ਜੀ ਉਹਨਾਂ ਦੀਆਂ ਅੱਖਾਂ 'ਚ ਧੂੜ ਨਹੀਂ ਪਾਉਣਾ ਚਾਹੁੰਦੇ ਜੀ। ਸਭ ਟੂਰਨਾਮੈਂਟ ਦੇਖਣ ਆਉਂਦਾ ਜੀ, ਸਵਾਦ ਲੈਣ ਆਉਂਦਾ ਜੀ, ਹੈ ਨਾ, ਹਰੇਕ ਬੰਦਾ ਜੀ। ਅਸੀਂ ਕਿਸੇ ਦਾ ਉਹ ਨਹੀਂ ਕਰਦੇ ਜੀ ਵੀ ਕਦੀ ਮੈਚ ਸਾਂਝਾ ਨਹੀਂ ਕੀਤਾ ਜੀ। ਅਤੇ ਅੱਜ ਕੱਲ੍ਹ ਤਾਂ ਵੈਸੇ ਪਲੇਅਰ ਸਾਂਝਾ ਕਰਦੇ ਵੀ ਨਹੀਂ ਮੈਚ ਜੀ, ਜਿਹੜਾ ਤਕੜਾ ਬੰਦਾ ਹੁੰਦਾ ਉਹ ਮੈਚ ਸਾਂਝਾ ਨਹੀਂ ਕਰਦਾ ਜੀ। ਹਾਂਜੀ ਹਾਂਜੀ, ਅੱਜ ਕੱਲ੍ਹ ਬਹੁਤ ਘਟ ਗਈ ਇਹ ਚੀਜ਼ ਦਾ, ਅੱਜ ਕੱਲ੍ਹ ਕੋਈ ਮੈਚ ਸਾਂਝਾ ਨਹੀਂ ਹੁੰਦਾ ਜੀ। ਹਾਂਜੀ। ਪਹਿਲੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹ ਵੀ ਇਲਜ਼ਾਮ ਲੱਗਦਾ ਸੀਗਾ ਕਿ ਜਿਹੜੇ ਕਬੱਡੀ ਖਿਡਾਰੀ ਹੈਗੇ ਆ ਉਹਨਾਂ ਵਿੱਚੋਂ ਜ਼ਿਆਦਾਤਰ ਖਿਡਾਰੀ ਨਸ਼ੇ ਦੀ ਵਰਤੋਂ ਕਰਦੇ ਆ। ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਨਹੀਂ? ਚਲੋ ਜੀ, ਥੋੜ੍ਹੇ ਬਹੁਤੇ ਚਲੋ ਹੁੰਦੇ ਆ, ਹੈ ਨਾ ਜੀ। ਉਹ ਇੱਕ ਅੱਧਾ ਪਲੇਅਰ ਜੀ ਸਾਰਿਆਂ ਨੂੰ ਮਤਲਬ ਵੀ ਉਹ ਕਰ ਦਿੰਦਾ, ਜਿਵੇਂ ਕਹਿੰਦੇ ਹੁੰਦੇ ਨੇ ਵੀ ਇੱਕ ਮੈਚ ਹੀ ਸਾਰਿਆਂ ਨੂੰ ਲਵੇੜ ਦਿੰਦੀ ਹੈ ਜੀ, ਇਹ ਕੰਮ ਹੋਇਆ ਜੀ। ਚਲੋ ਇੱਕ ਅੱਧਾ ਪਲੇਅਰ ਕਰਦਾ ਹੋਊਗਾ ਜੀ ਨਸ਼ਾ, ਉਹਦੇ ਨਾਲ ਜੀ ਸਾਰੇ ਕਬੱਡੀ ਵਾਲਿਆਂ ਦੇ ਤੁਹਮਤ ਲੱਗ ਜਾਂਦੀ ਆ, ਸਾਰੇ ਆ ਜਾਂਦਾ ਵੀ ਕਿਤੇ ਉਹ ਬੰਦਾ ਕਬੱਡੀ ਖੇਡਦਾ ਜੀ, ਅਸੀਂ ਵੀ ਸਾਰੇ ਕਬੱਡੀ ਵਾਲੇ ਆ ਗਏ ਜੀ। ਫਿਰ ਤਾਂ ਕਰਕੇ ਜੀ ਇੱਕ ਬੰਦਾ ਜੀ ਸਾਰਿਆਂ ਨੂੰ ਮਤਲਬ ਬਦਨਾਮ ਕਰ ਦਿੰਦਾ ਜੀ। ਜੀ, ਹੁਣ ਤੱਕ ਤੁਸੀਂ ਕਿਹੜੇ-ਕਿਹੜੇ ਕਲੱਬਾਂ ਵੱਲੋਂ ਕਬੱਡੀ ਖੇਡ ਚੁੱਕੇ ਹੋ? ਮੈਂ ਜੀ 5 ਸਾਲ ਧੰਨ ਸ਼ਹੀਦ ਬਾਬਾ ਜਥੇਦਾਰ ਹਨੂਮਾਨ ਸਿੰਘ ਕਬੱਡੀ ਅਕੈਡਮੀ ਮੋਹਾਲੀ ਵੱਲੋਂ ਖੇਡਿਆ ਜੀ, ਅਤੇ 2 ਸਾਲ ਜੀ ਫਗਵਾੜੇ ਵੱਲੋਂ ਖੇਡਿਆ ਜੀ। ਹਾਂਜੀ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਧੰਨਵਾਦ ਜੀ ਤੁਹਾਡਾ ਜੀ, ਅਤੇ ਸਾਰੇ ਪਿਆਰ ਕਰਨ ਵਾਲੇ ਸਰੋਤਿਆਂ ਦਾ ਧੰਨਵਾਦ ਜੀ, ਜਿਹੜੇ ਮਾਨ ਸਨਮਾਨ ਦਿੰਦੇ ਨੇ, ਪਿਆਰ ਕਰਦੇ ਨੇ ਜੀ। ਧੰਨਵਾਦ ਜੀ ਉਹਨਾਂ ਸਾਰਿਆਂ ਦਾ ਜੀ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ। ਕੋਈ ਗੱਲ ਨਹੀਂ, ਧੰਨਵਾਦ ਜੀ ਤੁਹਾਡਾ ਜੀ ਬਹੁਤ-ਬਹੁਤ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਇਆ ਹੈ ਕਬੱਡੀ ਖਿਡਾਰੀ ਸੁਪਿੰਦਰ ਹੋਰਾਂ ਨੂੰ। ਦਰਸ਼ਕੋ, ਮੈਂ ਤੁਹਾਨੂੰ ਦੱਸ ਦਿਆਂ ਕਿ ਸੁਪਿੰਦਰ ਇੱਕ ਅਜਿਹੇ ਜਾਫੀ ਨੇ ਜਿਨ੍ਹਾਂ ਨੇ ਬਹੁਤ ਸਾਰੇ ਮਾਨ ਸਨਮਾਨ ਹਾਸਲ ਕੀਤੇ ਅਤੇ ਛੋਟੀ ਉਮਰ ਹੀ ਕਬੱਡੀ ਨਾਲ ਜੁੜ ਕੇ ਕਬੱਡੀ ਦੇ ਵਿੱਚ ਬੁਲੰਦੀਆਂ ਨੂੰ ਹਾਸਲ ਕੀਤਾ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਕੁਝ ਸੁਪਿੰਦਰ ਬਾਰੇ ਜਾਣਨ ਨੂੰ ਮਿਲਿਆ ਹੋਵੇਗਾ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।